ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇੱਕ ਸਰਣਾ। ਮਿਲੇ ਦਾਨ ਸੰਤ ਰਹਿਣ, ਜੇ ਲਗ ਭੌਜਲ ਤਰਣਾ। ਬਿਨਤ ਕਰੋ ਅਰਦਾਸ ਸੁਨੋ, ਜੇ ਠਾਕੁਰ ਭਾਵੇ। ਤੇ ਦਰਸ ਮਨ ਚਾਓ, ਭਗਤੇ ਮਨ ਠਹਿਰਾਵੇ। ਭਲਿਓ ਚਰਾਗ ਅੰਧਾਰ ਮੈਂ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਕਿਆ ਹੋਂ ਕਥੀ ਕਥੇ, ਕਥ ਦੇਖਾ ਮੈਂ। ਅਕਥਨ ਕਥ ਨਾ ਜਾਏ, ਜੋ ਤੁਧ ਭਾਵੈ ਸੋ ਵੀ ਆਖਾਂ। ਤਿਲ ਤੇਰੀ ਵਡਿਆਈ, ਏਤੇ ਕੂਕਰ ਹੋ ਬੇਗਾਨਾ। ਭੌਂਕਾਂ ਇਸ ਤਨਤ, ਭਗਤ ਹੀਣ ਨਿਕ ਜੇ ਹੋਏਗਾ। ਖਸਮੇ ਨਾਉ ਨ ਜਾ, ਭਗਤ ਹੀਣ ਨਾਨਕ ਜੇ ਹੋਏਗਾ। ਖਸਮੇ ਨਾਉ ਨ ਜਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਕਰਕੇ ਪਵਿੱਤਰ ਬਾਣੀ ਸੁਖ ਬੰਨੀ ਸੁਖ ਅੰਮ੍ਰਿਤ ਪ੍ਰਭ ਨਾਮ। ਭਗਤ ਜਨਾ ਕੇ ਮਨ ਬਿਸਰਾਮ। ਸੁਖਮਨੀ ਸਾਹਿਬ ਦੇ ਪਾਠ ਸਰਵਣ ਕੀਤੇ ਹਨ, ਹੁਕਮਨਾਮੇ ਸਰਵਣ ਕੀਤੇ ਹਨ, ਮਹਾਂਪੁਰਖਾਂ ਦੇ ਬਚਨ ਸਰਵਣ ਕੀਤੇ ਹਨ। ਤੋ ਆਓ ਸਾਧ ਸੰਗਤ ਜੀਓ, ਅਰਦਾਸ ਵਿੱਚ ਆਪ ਜੀ ਨੇ ਸੁਣਿਆ ਹੈ ਕਿ ਅੱਜ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ ਗੁਰਪੁਰਬ ਹੈ। ਗੁਰੂ ਅਮਰਦਾਸ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਕੇਵਲ 10 ਸਾਲ ਛੋਟੇ ਸਨ ਉਮਰ ਵਿੱਚ। ਪਰ ਵੇਖੋ, ਕੁਦਰਤ ਦੀਆਂ ਖੇਡਾਂ, ਆਪਸ ਵਿੱਚ ਮੇਲ ਨਹੀਂ ਹੋਇਆ। ਗੁਰੂ ਨਾਨਕ ਦਾ ਅਤੇ ਗੁਰੂ ਅਮਰਦਾਸ ਦਾ ਆਪਸ ਵਿੱਚ ਮੇਲ ਨਹੀਂ ਹੋਇਆ। ਬਾਸਰ ਕੇ ਪਿੰਡ ਵਿੱਚ ਜਨਮ ਹੋਇਆ ਗੁਰੂ ਅਮਰਦਾਸ ਜੀ ਦਾ। ਉਸੇ ਪਿੰਡ 'ਚ ਹੀ ਰਹੇ, ਉੱਥੇ ਜ਼ਮੀਨ ਖੇਤੀ ਸੀ, ਦੁਕਾਨਦਾਰੀ ਵੀ ਕਰਦੇ ਰਹੇ। ਹਰ ਸਾਲ ਜਾਣਾ ਪੈਦਲ ਹਰਿਦੁਆਰ ਗੰਗਾ ਦਾ ਇਸ਼ਨਾਨ ਕਰਨਾ। 21 ਵਾਰੀ ਇਸ਼ਨਾਨ ਕਰਕੇ ਆਏ ਗੰਗਾ ਦਾ। ਅਤੇ ਨੇੜੇ ਤੇੜੇ ਫਿਰਦੇ ਰਹਿਣੇ ਗੁਰੂ ਨਾਨਕ ਸਾਹਿਬ। ਉਸ ਵੇਲੇ ਅੰਮ੍ਰਿਤਸਰ ਨਹੀਂ ਸੀ ਵਸਿਆ, ਖਰੂਰ ਪਿੰਡ ਸੀ, ਬਾਸਰ ਕੇ ਸੀ। ਨੇ ਪਿੰਡਾਂ ਵਿੱਚ ਫਿਰਦੇ ਰਹਿਣੇ ਗੁਰੂ ਨਾਨਕ ਸਾਹਿਬ, ਪਰ ਮੇਲ ਨਹੀਂ ਹੋਇਆ। ਗੁਰੂ ਅਮਰਦਾਸ ਦਾ ਨਹੀਂ ਮੇਲ ਹੋਇਆ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਾਰੇ ਲਿਖਿਆ ਹੈ ਕਿ 70 ਸਾਲ ਦੀ ਉਮਰ ਤੱਕ ਇਹ ਹਰਿਦੁਆਰ ਜਾਂਦੇ ਰਹੇ, ਗੰਗਾ ਜਾਂਦੇ ਰਹੇ। ਵਾਪਸੀ 'ਤੇ ਇੱਕ ਵਾਰੀ ਇੱਕ ਬਰਾਗੀ ਸਾਧੂ ਨਾਲ ਸੰਗਤ ਹੋ ਗਈ। ਕਈ ਦਿਨ ਇਕੱਠੇ ਰਹੇ, ਸਫ਼ਰ ਕਰਦੇ ਰਹੇ, ਖਾਂਦੇ ਪੀਂਦੇ ਰਹੇ। ਬਾਸਰ ਕੇ ਨੇੜੇ ਆਏ। ਉਸ ਬਰਾਗੀ ਸਾਧੂ ਨੂੰ ਕਿਹਾ, ਇੱਥੇ ਮੇਰਾ ਪਿੰਡ ਹੈ, ਅੱਜ ਰਾਤ ਮੇਰੇ ਕੋਲ ਰਹੋ, ਕੱਲ੍ਹ ਚਲਾ ਜਾਵੇਂ।
तो उस साधु ने सुभाविक पूछ लिया कि दस तो गंगा स्नान करके आना है, भक्ति भी करना है, तेरा गुरु कौन है? तो अमरदास जी सोचन लग पे। सोच सोच के कहते ने मैं भगती तो करदा हाँ, नाम जपदा हाँ, गंगा भी जाना हाँ, पर अज तक मैं किसी को गुरु नहीं बनाया, मेरा गुरु कोई नहीं। उस बैरागी साधु ने बड़ा पश्चाताप किया, ओहो मेरी तो सारी कमाई खत्म हो गई, आज तक जो कुछ मैं किया है वो सारा नाश हो गया। मैं एक निगुर की शब्द की है, जे मैंने पहले पता होता तू निगुरा है तो मैं तेरे मत्थे न लगदा। पश्चाताप करता होया बैरागी चला गया। अमरदास ने चोट ला गया। कि 70 साल का हो गया, हाँ मैं की खटिया, आज तक गुरु नहीं बनाया कोई। घर आए, इसे ख्याल विच मैं की खटिया है, 20 बारी गंगा गया हाँ, आज तक गुरु नहीं बनाया, सारी कमाई निष्फल गई है, जो कुछ किया है सब निष्फल है, जो दान पुण्य किया है निष्फल है, गुरु बगल तो गाते नहीं है। हुण कहनू गुरु बनावा, 70 साल का हो गया हाँ, कित्थे जावां? सोचां विच विचार में सारी रात न खाधा न पीता, नींदर आई, जागते रहे सारी रात। अमृत वेला होया, उसे घर विच पहला भी रोज़ रड़का पैंदा सी। गुरु अंगद साहब की लड़की विआही हुई सी, बीबी भीरो, उन्हें सवेर रड़का पाया, रो पैंदा सी। अज जागते सन, रड़का पाया तो नाल नाल शुरू करता बाणी पढ़नी। वीरों ने पढ़िया, बलिहारी गुर अपने दोहाड़ी सदवार, जिन मानस ते देवते किए करत न लागी वार, जे 100 चंदा उगवे सूरज चढ़े हजार, एते चानण होंदिया गुरबिन घोर अंधार। नानक गुरु ने चेतनी मन अपने सुचेत, छुटे तिल बाड़ जो सुझे अंदर खेत, खेते अंदर छुटिया कहो नानक सोना, फलीए फुलीए बपड़े भीतन विच सुआ। गुरु वाल ध्यान सी, गुरु की सोच सी, गुरु नहीं बनाया अज तक। गुरु की गल करनी पई, उस ना करनी पिया, ते आ गए अपनी नौं दे कोल। बेटा एक ही पढ़ रही हैं? कहती गुरु की बाणी पढ़ रहे हाँ, पढ़ रही हाँ। किहड़े गुरु दी? मेरे पिता जी भी गुरु हैं,
ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਜਿਹਨੇ ਮੈਨੂੰ ਯਾਦ ਕਰਾਈ ਹੈ, ਪੜ੍ਹਾਈ ਹੈ ਮੇਰੇ ਪਿਤਾ ਜੀ ਨੇ, ਉਹ ਪੜ੍ਹੀ ਹਾਂ। ਕਹਿੰਦਾ ਅੱਛਾ, ਇਹਦੇ ਘਰ ਹੀ ਸਭ ਕੁਝ ਪਿਆ ਸੀ, ਪਤਾ ਹੀ ਨਹੀਂ ਲੱਗਾ। ਬਾਹਰ ਬਹਲਦਾ ਫਿਰਦਾ ਹਾਂ। ਫਿਰ ਬੇਟਾ ਮੇਰੇ ਨਾਲ ਚੱਲ, ਮੈਨੂੰ ਆਪਣੇ ਪਿਤਾ ਜੀ ਕੋਲ ਲੈ ਚੱਲ। ਤੇ ਬੀਵੀ ਕਹਿੰਦੀ ਹੈ ਹੁਕਮ ਨਹੀਂ, ਆਪਣੇ ਆਪ ਪੇਕੇ ਘਰ ਜਾਣ ਦਾ ਰਿਵਾਜ ਸੀ, ਸਮਾਂ ਸੀ, ਧਰਮ ਦੀ ਗੱਲ ਹੁੰਦੀ ਸੀ। ਤਾਂ ਅਮਰਦਾਸ ਕਹਿਣ ਲੱਗੇ ਬੇਟਾ ਠੀਕ ਹੈ, ਜਦ ਮੈਂ ਤੇਰੇ ਨਾਲ ਜਾ ਰਿਹਾ ਹਾਂ ਫਿਰ ਤਾਂ ਕੀ ਫਿਕਰ ਹੈ। ਕਹਿੰਦੀ ਠੀਕ ਹੈ। ਚੱਲ ਪਏ, ਜਾ ਪਹੁੰਚੇ। ਅਮਰਦਾਸ ਬਾਹਰ ਖੜੇ ਹੋ ਗਏ, ਤੂੰ ਜਾ ਪਹਿਲੇ ਮਿਲ ਪਿਤਾ ਨੂੰ, ਜਾ ਕੇ ਦੱਸ ਮੇਰੇ ਬਾਰੇ, ਫਿਰ ਮਿਲਾਂਗਾ ਮੈਂ। ਜਾ ਕੇ ਮਿਲੀ ਵੀ ਮਵੀਰੋ, ਤੇ ਸ਼੍ਰੀ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਕੱਲੀ ਆਈ ਹੈ, ਘਰੋਂ ਜਿਸ ਨਾਲ ਲੈ ਕੇ ਆਈ ਹੈ ਉਹਨੂੰ ਨਹੀਂ ਲਿਆਈ ਅੰਦਰ। ਇਹ ਮਾਰੇ ਉਹ ਵੀ ਆ ਜਾਂਦੇ ਨੇ, ਮੇਰੇ ਪਿਤਾ ਹੀ ਹਨ, ਆ ਜਾਂਦੇ ਹਨ। ਗਈ ਤੇ ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਪਿਤਾ ਜੀ ਯਾਦ ਕਰਦੇ ਹਨ, ਆਓ। ਅੰਦਰ ਆਏ ਤੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਬੜਾ ਸਤਿਕਾਰ ਕੀਤਾ। ਹਵੇਂ ਗੁਰੂ ਅਮਰਦਾਸ ਨੇ ਆ ਕੇ ਮੱਥਾ ਟੇਕਿਆ, ਯਤਨ ਕੀਤਾ ਗੁਰੂ ਅੰਗਦ ਸਾਹਿਬ ਨੇ ਕਿ ਜਿਵੇਂ ਕੁੜਮਾਂ ਨੂੰ ਮਿਲੀਦਾ ਹੈ, ਬ੍ਰਹਮਚਾਰੀ ਨਾਲ ਮਿਲੀਏ, ਜੱਫੀ ਪਾ ਕੇ ਮਿਲੀਏ, ਪਰ ਅਮਰਦਾਸ ਡਿੱਗ ਪਏ ਚਰਨਾਂ 'ਤੇ। ਕਹਿੰਦੇ ਮੈਂ ਕੁੜਮ ਬਣ ਕੇ ਨਹੀਂ ਆਇਆ, ਜਿਗਾਸੂ ਬਣ ਕੇ ਆਇਆ ਹਾਂ, ਤੁਹਾਡਾ ਸੇਵਕ ਬਣੇ, ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਗੁਰੂ ਦੀ ਭਾਲ ਵਿੱਚ ਹਾਂ, ਸ਼ੁਕਰ ਹੈ ਮੈਨੂੰ ਗੁਰੂ ਮਿਲ ਗਿਆ ਹੈ। ਤਾਂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ ਜੇ ਐਸੀ ਗੱਲ ਹੈ ਤਾਂ ਚੰਗੀ ਗੱਲ ਹੈ, ਕਰੋ ਸੇਵਾ। ਲੱਗ ਪਏ ਸੇਵਾ ਨੂੰ ਜੀ, ਪਾਣੀ ਭਰਨਾ, ਰੋਜ਼ਾਨਾ ਨਦੀ ਤੋਂ ਲਿਆ ਕੇ ਪਾਣੀ ਇਸ਼ਨਾਨ ਕਰਾਉਣਾ, ਸਾਰਾ ਦਿਨ ਪਾਣੀ ਭਰਨਾ, ਲੰਗਰ ਦੀ ਸੇਵਾ ਕਰਨੀ, ਭਾਂਡੇ ਧੋਣੇ, ਮਾਂਜਣੇ, ਸਭ ਸੇਵਾ। 72 ਸਾਲ ਦੀ ਉਮਰ ਵਿੱਚ ਸੇਵਾ ਆਰੰਭ ਕੀਤੀ। ਜੋ ਕੁਝ ਲਿਖਿਆ ਹੈ ਭਾਈ ਸੰਤੋਖ ਸਿੰਘ ਜੀ ਨੇ, ਵੱਖਰੇ ਵੱਖਰੇ ਵਿਚਾਰ ਹਨ ਵਿਦਵਾਨਾਂ ਦੇ, ਪਰ ਜੋ ਕੁਝ ਭਾਈ ਸੰਤੋਖ ਸਿੰਘ ਲਿਖਿਆ ਨਾ ਸੂਰਜ ਗ੍ਰੰਥ ਦੇ, ਸੂਰਜ ਪ੍ਰਕਾਸ਼ ਦੇ ਅੰਦਰ, ਉਸ ਤਰ੍ਹਾਂ ਹੈ ਕਿ 72 ਸਾਲ ਦੀ ਉਮਰ 'ਚ ਆਏ ਔਰੰਗਜ਼ੇਬ ਸਾਹਿਬ ਦੇ ਕੋਲ, 12 ਸਾਲ ਸੇਵਾ ਕੀਤੀ, 84 ਸਾਲ ਦੀ ਉਮਰ ਵਿੱਚ ਗੁਰਤਾ ਪ੍ਰਾਪਤ ਹੋਈ। ਅਤੇ 84 ਸਾਲ ਦੀ ਉਮਰ 'ਚ ਗੁਰਤਾ 'ਤੇ ਬੈਠ ਕੇ ਬਾਣੀ ਉਚਾਰੀ। ਜਿਤਨੀ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ, ਇਤਨੀ ਬਾਣੀ ਗੁਰੂ ਅਮਰਦਾਸ ਜੀ ਦੀ ਹੈ।
गुरु नानक साहब जी ने 40 पौड़ियां वाला जप जी लिखिया, तो गुरु अमरदास ने 40 पौड़ियां वाला आनंद साहब लिखिया। और कई थां ऐसे ही जिक्र आते ने कि गुरु नानक दे कीते हुए सवालों का जवाब दिता है अपनी बाणी च गुरु अमरदास जी ने। जिवें कि श्लोक है गुरु नानक का, लाहौर शहर जैर कैर सवा पैर, महला पहला। ये नाल ही है महला तीजा, उत्तर देता है लाहौर शहर अमृतसर सिफते का घर, पाप सराप उतारिया। तो इस तरह बाणी मेल खाती है गुरु नानक साहब की, गुरु अमरदास जी की। बहुत देड़े दर्शन नहीं हुए भावें, पर बाणी का एक एक अखर गुरु अमरदास ने याद किया होया सी। इस उम्र में गुरु अमरदास साहब जी गुरता से बैठ के वेखिए तो गुरमत के कई सिद्धांत कायम किए, नवे नवियां ही रीतां चलाइयां, नवे ही प्रपाटियां बनाइयां, नवे सिद्धांत कायम किए। लंगर की मर्यादा भावें गुरु नानक ने प्यो दे थप्पड़ खा के चलाई सी 20 रुपया तो, पर मर्यादा पक्की नहीं सी। कोई मर्जी खावे खावे, ना खावे ना खावे। श्री गुरु अमरदास ने यह मर्यादा परपक कर दी, हर एक दे वास्ते कोई भी है जो लंगर छकेगा वो साढ़े आके दर्शन करेगा, जो लंगर नहीं छकदा उसमें दर्शन नहीं होंगे। भावें राजा होवे कि महाराजा होवे। अकबर बादशाह वर्गिया नूं आके लंगर छकना पिया। बैणी प्रसाद वर्गे विद्वान दिग्विजय करने वाले नूं आके लंगर छकना पिया। शर्त रख दी, जिसने मेरे नूं मिलना है पहले लंगर छके, लंगर छके बगैर मैं मिल नहीं सकता। परख करती, लंगर की मर्यादा परपक कर दी गुरु अमरदास जी ने। गुरु अमरदास साहब जी ने जो आनंद कार की मर्यादा है ये गुरु अमरदास ने चलाई है। पहला सारे विआह बेजी दे होंदे सन, मेरे मनो करते सन। सब तो पहला आनंद कारज गुरमत का श्री गुरु अमरदास ने किया मत्थो मुरारी नाम की जोड़ी का। और कैसे किया? बिल्कुल साधारण सुभावक ही। प्रेमे कोड़ी का कुड़ हटाया, कह लगे हम तो सोहना बन गया जी, कृष्ण भगवान सोहना सी, ये ना रख दो हुण मुरारी। प्रेमे तू ना रखा मुरारी। कृष्ण भगवान मुरारी कहते सन। कृष्ण वर्गा सोहना है, बहुत सोहना है। फिर कहने लगता जी लाड़ा होवे, लाड़ा ਇਹਦਾ ਵਿਆਹ करना है, पर अपनी कुड़ी दो ਇਹਦਾ ਵਿਆਹ कर दईए। तो शियों पुलिस जबाल पिंड का वो खड़ा हो गया, कहते मार मेरी कुड़ी विआहण योग है, ਜਦੋਂ कहोगे ਵਿਆਹ कर देंगा। तो गुरु अमरदास कहने लगे देर काहनूं करनी, हुणे लिया, हुणे लिया। वेखो मर्यादा आनंद कार दी चली।
क्यों चढ़ाए, हुण लिया। कोई ठाका नहीं होया, कोई मंगनी नहीं हुई, कोई रिंग सैरेमनी नहीं हुई, कोई होर रस्म नहीं हुई, कुछ नहीं होया। इतों तक कि किसी ने वरी के कपड़े नहीं पाए बीबी नूं। छियां उबलिया लंगर जे ਉਹਦੀ कुड़ी मत्थों सेवा कर रही सी कि कपड़े का आटा लगा होया, उसी तरह ही लैके आया, बिठाया सामने लो महाराज। तो उस मत्थों मुरारी नाम की कुड़ी का पहला आनंद कारज किया गुरु अमरदास साहब जी ने। उस जोड़ी जोगरा समझाइया गृहस्थी जीवन के लिए, वो सारिया गल्लां लिखिया गुरु रामदास ने लावां के अंदर, चार लम्बा बना दित्तियां। आनंद कारज की मर्यादा चलाई श्री गुरु अमरदास साहब जी ने। और सब तो पहला तीर्थ बनाया 84 पौड़ियां वाली बावली गुरु अमरदास ने। इससे पहले कोई तीर्थ नहीं सी गुरमत का। बख्शा कीतियां कि जो 84 वारी स्नान करे, 84 जपजी के पाठ करे, 84 अलग जून कटी जाए। गुरु अमरदास महाराज ने एक नवी परंपरा कायम की थी। तीर्थां ते संगत लैके जाण दा, संगत लैके। तीर्थ उद्यम सतगुर किया, कदे लई सब लोग उधरण हरथा, लोगों के उधार दे लई। अकबर बादशाह दे कोल शिकायत हुई कि एक खत्तरी हैं भले, ना जरू पाते ने, ना संधा तपड़ गैत्री पढ़ते हैं, ना तीर्थ ते जाते हैं। इनको पूछा जाए। नोटिस आया, भैया जेठा जी नूं जवाब दे। जेठा जी गए लाहौर, अकबर दरबार विच बामण भी आए, जेठा जी भी आए। दस जवाब दो जी, तुसी खत्तरी होंदे होए संध्या तर्पण गायत्री क्यों नहीं पढ़ते? जेठा जी ने कहा, संध्या तर्पण गायत्री पढ़न लई कुछ नियम ने। खास किस्म धोती बननी पैंदी है रेशम की, जिंदे तलपाना पैंदा है, जिन चौके दे अंदर जनेऊ पाने पैंदे ने, तिलक लगाने पैंदे ने, बहुत कुछ करना पैंदा है। तो सानू गुरु नानक ने सौखी बाणी दसी है, दुकान ही चलाई जाओ, खेती भी चलाई जाओ, हल चलाई जाओ, कम के करी जाओ, तो बाणी पढ़ी जाओ। अस बाणी पढ़ते हैं सौखी बाणी। और निजम सद पूरे नहीं होंगे, कलयुग का समा है, टाइम थोड़ा है, सौखी बाणी दसी है। तो बामणा ने कहता जी एवं गल्लां मारदा है, इसनूं कहो एक श्लोक सुना दे भी गायत्री का, अभी केस वापस लै लवांगे। अकबर ने कहा, श्लोक सुना सकदा तू गायत्री का? जेठा जी कहते ने एक श्लोक ने मैं सारी गायत्री सुना सकदा हाँ, पर इत्थे राज दरबार के अंदर गायत्री दे पढ़न का दोष लगेगा। पुछ लो बामणा नूं जी, ये दोष ये लै लवन तो मैं पढ़ देना। जिन्हों को मोबाइल है कृपा करके बंद कर रखो 2-4 मिनट रही, जब बाहर ले जाओ, आखो सतनाम श्री वाहिगुरू। गायत्री दे पढ़न का दोष लगेगा।
अगर बामण ले लेवन दोष मैं पढ़ देना, तो बामण पता सी इन्हें किहड़ी याद है, एवं गल्लां मार दे, कहना चंगा तू पढ़, असीं दोष ले लवांगे। तो जेठा जी ने अखां बंद कीतियां, गुरु का ध्यान किया, याद किया गुरु अमरदास साहब जी नूं, तो गायत्री सामने आ गई, पढ़ी बड़ी उच्ची सुर में, धुन में, राग दे जाग जानते सन राग नूं, ऐसी धुन पढ़ी सारी सभा सुन्न हो गई। जिवें जिवें पढ़ते गए तिवें तिवें बामण काले होंदे गए। बामण का रंग पहले चिट्टा सी, काले हो गए। उंज भी कहते हैं जब बंदा झूठा हो जाए वह मुँह काला हो जाता है, झूठे हो गए। जिद प्राप्त की थी, अकबर ने कहा तो तीर्थ से क्यों नहीं जाते? तो जेठा जी ने कहा क्यों जाविए, सारे बुजुर्गों तीर्थ है, सारे ऋषियाँ मुनि तीर्थ है, तेरी सरकार टैक्स लगाया होया है, क्यों जाइए? ना टैक्स भरिए ना तीर्थ ते जाइए, असीं की लेना है? टैक्स दे क्यों जाइए? साढ़े तीर्थ ने, सारे बुजुर्गों के ने। अकबर महसूस किया वाकई गलती है, तुहानूं माफ़ है, तुसीं जाओ, तुहानूं टैक्स माफ़ होएगा। आके दस्सिया गुरु अमरदास नूं, तो गुरु अमरदास ने सोचा भाई किसी टैक्स खत्म होना चाहिए। उद्यम किया संगत लेके जान का, तीर्थ उद्यम सतगुर किया, सब लोग उधरण अर्था, लोग उधार दे लई जिथे जान आ जान टैक्स वाले, तो कितने बंधन जी, किहड़ा बंदा है, किहड़ी निशानी है? तो गुरु अमरदास ने कहा जरा बंदा कहे ना सतनाम वाहगुरु, वो सारा बंदा है, वो टैक्स नहीं लेना। जिन्हें आवे सतनाम, चलो जी लंघ जाओ, जो आवे सतनाम जी लंघ जाओ। और दूजे ने वेखा यूपी के भैया ने, बिहारिया ने, पर सतनाम आखदा है उसे तैसे नहीं लगता, वो सारे क्या लग पे सतनाम सतनाम, चलो लग गए, वो टैक्स खत्म ही हो गया, टैक्स बंद ही हो गया। तीसरा काम किया श्री गुरु अमरदास साहब जी ने, सती की रस्म बंद कराई। सती की भावें माताओं के बारे गुरु नानक साहब ने कहा, लोगों ने ताड़ना की कि सो क्यों मंदा आखिए जित जमे राजान, जिन्होंने राजे पैदा होंदे ने मंदा क्यों आखदे हो स्त्रियों नूं? श्री गुरु अमरदास साहब जी ने जिथे 22 मंजियां दित्तियां, 22 प्रचारक बनाए, उत्थे गुरु अमरदास ने बीबियां नूं प्रचारक बनाया, 72 पीढ़े देते। तुसीं प्रचार भी करो। बीबी नूं आगू बनाया, पिछे क्यों रवन, बराबर खड़ा किया। प्रचारकों ने प्रचार करो, 72 पीढ़े देते, 72 प्रचारक बनाए बीबियाँ अमरदास ने, कि बड़ा काम किया। सती रस्म बंद की, प्रचार किया सतिया वास्ते, सतिया ओन आखियन जो मड़िया लग चलन, बीसो सतिया आखियन जो बिरहे चोट मरन, बीसो सतिया आखियन जो सील संतोख रहन। अकबर बादशाह नूं कह के कानून बना दिता कि किसी नूं भी जबरदस्ती सती नहीं किया जा सकता, विधान बन गया। गुरु अमरदास साहब जी ने सब तो पहला जोड़ मेला शुरू किया विसाखी का। पहले गुरसिक्खा कोई विसाखी का जोड़ मेला नहीं सी, कोई जोड़ मेला नहीं सी। गुरु नानक साहब ने कोई जोड़ मेला नहीं सी सालाना।
ਲੰਗਰ ਸਾਹਿਬ ਇਹਦੀ ਕੋਈ ਜਰਮਲ ਨਹੀਂ ਸੀ ਸਾਲਾਨਾ, ਕੋਈ ਜਰਮਲ ਨਹੀਂ ਸੀ ਸਾਲਾਨਾ। ਗੁਰੂ ਅਮਰਦਾਸ ਇੱਕ ਸਿੱਖ ਸੀ ਬ੍ਰਹਮ ਗਿਆਨੀ ਭਾਈ ਪਾਰੋ, ਜੋ ਰੋਜ਼ 11 ਮੀਲ ਡੱਲੇ ਪਿੰਡ 'ਚੋਂ ਦਰਿਆ ਕਰਾਸ ਕਰਕੇ ਆਉਂਦਾ, ਘੋੜੀ 'ਤੇ ਦਰਸ਼ਨ ਕਰਦਾ, ਸਤਸੰਗ ਕਰਦਾ, ਜਿਸ ਉੱਤੇ ਗੁਰੂ ਅਮਰਦਾਸ ਦੀ ਬੜੀ ਕਿਰਪਾ ਸੀ, ਬੜੀ ਬਖਸ਼ਿਸ਼। ਇੰਨੀ ਬਖਸ਼ਿਸ਼ ਸੀ, ਇੱਕ ਦਿਨ ਕਹਿ ਰਹੇ ਕਿ ਭਾਈ ਪਾਰੋ, ਸਾਰਾ ਸੰਕਲਪ ਫੁਰਿਆ ਹੈ ਕਿ ਅਸੀਂ ਤੈਨੂੰ ਗੱਦੀ 'ਤੇ ਬਿਠਾ ਦਈਏ, ਤੈਨੂੰ ਗੱਦੀ ਦੇ ਦਈਏ। ਭਾਈ ਪਾਰੋ ਨੇ ਕਿਹਾ, ਮਹਾਰਾਜ ਮੈਂ ਗੁਰੂ ਨਹੀਂ ਬਣਨਾ, ਮੈਂ ਸਿੱਖ ਬਣਨਾ ਹੈ। ਗੁਰੂ ਜੀ ਕਹਿ ਲਗੇ, ਮੇਰਾ ਸੰਕਲਪ ਜਿਹੜਾ ਹੈ ਉਹ ਸਤ ਸੰਕਲਪ ਹੈ। ਮੈਂ ਸਿਰਫ ਤੈਨੂੰ ਖੁਸ਼ ਕਰਨ ਦੀ ਗੱਲ ਨਹੀਂ ਆਖੀ, ਤੈਨੂੰ ਗੁਰੂ ਬਣਨਾ ਪਏਗਾ। ਜੇ ਤੂੰ ਗੁਰੂ ਨਹੀਂ ਬਣਨਾ, ਸਰੀਰ ਤਿਆਗ ਦੇ। ਭਾਈ ਪਾਰੋ ਕਹਿੰਦੇ, ਮਹਾਰਾਜ ਮੈਂ ਸਰੀਰ ਤਿਆਗਣ ਨੂੰ ਤਿਆਰ ਹਾਂ, ਗੁਰੂ ਬਣਨ ਨੂੰ ਤਿਆਰ ਨਹੀਂ ਹਾਂ। ਘਰ ਜਾ ਕੇ ਸਰੀਰ ਤਿਆਗ ਦਿੱਤਾ ਤੇ ਕਿ ਜੋ ਕੁਝ ਮੇਰਾ ਹੈ ਇਹ ਸਾਰਾ ਸਮਾਨ ਤੋਂ ਪਹੁੰਚਾ ਦਿਓ ਗੁਰੂ ਅਮਰਦਾਸ ਦੇ ਪਾਸ। ਉਸ ਵੇ ਪਾਰੋ ਨੇ ਇੱਕ ਦਿਨ ਕਿਹਾ ਗੁਰੂ ਅਮਰਦਾਸ ਮਹਾਰਾਜ, ਸਿੱਖ ਸੰਗਤਾਂ ਬਹੁਤ ਦੂਰ ਦੂਰ ਤੱਕ ਹਨ। ਗੁਰੂ ਨਾਨਕ ਨੇ ਸਾਰੇ ਸੰਸਾਰ ਦਾ ਭ੍ਰਮਣ ਕੀਤਾ ਹੈ, ਪ੍ਰਚਾਰ ਕੀਤਾ ਹੈ, ਲੰਕਾ ਦੇਸ਼, ਚੀਨ ਤੱਕ, ਅਰਬ ਦੇ ਅੰਦਰ, ਮੱਕੇ ਕਮੀਨੇ ਮਦੀਨੇ ਦੇ ਅੰਦਰ, ਮਨੀਪੁਰ ਇੰਫਾਲ ਤੱਕ ਸਿੱਖ ਬਣਾਏ, ਮੰਜੀਆਂ ਦਿੱਤੀਆਂ। ਸੰਗਲਾਦੀਪ ਦੇ ਅੰਦਰ ਸਿੱਖ ਆਉਂਦੇ ਨੇ ਦੁਆਰੇ ਕੋਲ, ਦਰਸ਼ਨ ਕਰ ਜਾਂਦੇ ਹਨ, ਪਰ ਸਾਡਾ ਆਪਸ ਵਿੱਚ ਮੇਲ ਨਹੀਂ ਆਉਂਦਾ। ਐਸਾ ਕੋਈ ਦਿਨ ਮੁਕਰਰ ਕਰੋ ਕਿ ਸਾਰੇ ਸਿੱਖ ਇਕੱਠੇ ਹੋਣ, ਅਸੀਂ ਮਿਲ ਸਕੀਏ ਇੱਕ ਦੂਜੇ ਨੂੰ, ਹਰ ਮੇਲ ਮਿਲਾਪ ਹੋ ਸਕੇ। ਗੁਰੂ ਅਮਰਦਾਸ ਕਿਹਾ ਠੀਕ ਹੈ, ਬਹੁਤ ਸੋਹਣੀ ਗੱਲ ਹੈ, ਬਹੁਤ ਸੋਹਣਾ ਵਿਚਾਰ ਹੈ, ਦੱਸੋ ਕਿਹੜਾ ਦਿਨ ਮੁਕਰਰ ਕਰੀਏ। ਅਖੀਰ ਫੈਸਲਾ ਹੋਇਆ ਕਿ ਮਹਾਰਾਜ ਵਿਸਾਖੀ ਸ਼ੁਰੂ ਕਰੋ, ਵਿਸਾਖੀ ਵਾਲੇ ਦਿਨ ਸਭ ਸੇ ਇਕੱਠੇ ਹੋਣ। ਠੀਕ ਹੈ, ਫੈਸਲਾ ਹੋ ਗਿਆ, ਐਲਾਨ ਹੋ ਗਿਆ। ਚਿੱਠੀਆਂ ਕੱਢੀਆਂ ਗਏ ਕਿ ਜਿੱਥੇ ਵੀ ਸਿੱਖ ਹਨ ਵਿਸਾਖੀ ਵਾਲੇ ਦਿਨ ਉਹ ਗੁਰੂ ਦੇ ਕੋਲ ਆਵਣ। ਵਿਸਾਖੀ ਆਰੰਭ ਹੋਈ। ਵਿਸਾਖੀ ਆਰੰਭ ਕਰਨ ਵਾਲੇ ਸ਼੍ਰੀ ਗੁਰੂ ਅਮਰਦਾਸ ਜੀ ਸਨ। ਉਹੀ ਵਿਸਾਖੀ ਚਲਦੀ ਆਈ, ਜਿੱਥੇ ਗੁਰੂ ਹੋਣ ਵਿਸਾਖੀ ਜਿੱਥੇ ਹੋਵੇ ਚਲਦੀ ਰਹੀ। ਉਹੀ ਵਿਸਾਖੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਟਾਈਮ ਹੋਣ ਲੱਗੀ ਅਨੰਦਪੁਰ ਸਾਹਿਬ। ਉਸੇ ਵਿਸਾਖੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਅਤੇ ਖਾਲਸਾ ਸਾਜਿਆ। ਉਹ ਵਿਸਾਖੀ ਬਣ ਗਈ ਖਾਲਸੇ ਦਾ ਜਨਮ ਦਿਨ। ਵਿਸਾਖੀ ਦੇ ਆਰੰਭ ਕਰਨ ਵਾਲੇ ਗੁਰੂ ਅਮਰਦਾਸ ਸਾਹਿਬ ਹੀ ਸਨ। ਫਿਰ ਵੱਡਾ ਕੰਮ ਕੀਤਾ ਗੁਰੂ ਅਮਰਦਾਸ ਸਾਹਿਬ ਨੇ, ਅੰਮ੍ਰਿਤਸਰ ਦਾ ਟੱਕ ਲਗਾਇਆ ਹੈ ਗੁਰੂ ਅਮਰਦਾਸ ਸਾਹਿਬ ਨੇ। ਗੁਰੂ ਅੰਗਦ ਸਾਹਿਬ ਜੀ ਨੇ ਇਹ ਥਾਂ ਵਿਖਾਈ ਗੁਰੂ ਅਮਰਦਾਸ ਨੂੰ, ਦੱਸਿਆ ਕਿ ਮੈਂ ਤੇ ਗੁਰੂ ਨਾਨਕ ਤੇ ਇਕੱਠੇ ਹੋਏ ਸਾਂ। ਗੁਰੂ ਨਾਨਕ ਆਏ ਸਨ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਤੋਂ ਚਲੇ ਅਤੇ ਮੈਂ ਚੱਲਿਆ ਖਡੂਰ ਤੋਂ। ਇੱਥੇ ਇਕੱਠੇ ਹੋਏ ਅਸੀਂ, ਮੈਂ ਤੇ ਗੁਰੂ ਨਾਨਕ। ਅਤੇ ਬਹਿ ਕੇ 2 ਘੰਟੇ ਵਿਚਾਰਾਂ ਕੀਤੀਆਂ। ਮੈਂ ਕੁਝ ਸਵਾਲ ਕੀਤੇ, ਉਹਨੇ ਜਵਾਬ ਦਿੱਤੇ। ਉੱਠੇ ਅਤੇ ਗੁਰੂ ਨਾਨਕ ਕਹਿਣ ਲੱਗੇ, ਲੈਣਿਆ ਇਹ ਥਾਂ ਬੜੀ ਚੰਗੀ ਲੱਗਦੀ ਹੈ। ਇੱਥੇ ਕੋਈ ਪਿਛਲੇ ਜਨਮਾਂ 'ਚ ਯੱਗ ਹੋਏ ਨੇ, ਕੋਈ ਹਵਨ ਹੋਏ ਨੇ, ਕੋਈ ਪੁੰਨ ਹੋਏ ਨੇ, ਬੜੀ ਪੁੱਤਰ ਜਗ੍ਹਾ ਲੱਗਦੀ ਹੈ। ਦਿਲ ਕਰਦਾ ਇੱਥੇ ਐਸਾ ਸਥਾਨ ਬਣੇ, ਚਾਰੋਂ ਪਾਸੇ ਪਾਣੀ ਹੋਵੇ, ਇੱਕ ਰਸਤਾ ਹੋਵੇ, ਉਸ ਵਿੱਚ ਹਰਿਮੰਦਰ ਹੋਵੇ,
ਉਹਦੀ ਕੀਰਤਨ ਕੀਤਾ ਜਾਏ। ਇਹ ਨਕਸ਼ਾ ਦੇਖਿਆ ਸੀ ਗੁਰੂ ਨਾਨਕ ਨੇ ਆਪਣੇ ਸਹੁਰੇ ਪਿੰਡ। ਗੁਰੂ ਨਾਨਕ ਦੇ ਸਹੁਰੇ ਸਨ ਬਟਾਲੇ। ਬਟਾਲੇ ਬਣੇ ਹੋਏ ਅਚਲ ਬਟਾਲਾ ਸ਼ਿਵ ਜੀ ਦਾ ਮੰਦਰ ਹੈ ਬੜਾ। ਗੁਰੂ ਨਾਨਕ ਦੇ ਵਿਆਹ ਤੋਂ 50 ਸਾਲ ਪਹਿਲੇ ਬਣਿਆ ਸੀ ਇਹ ਅਚਲ ਸਾਹਿਬ। ਉਹ ਇਸੇ ਤਰ੍ਹਾਂ ਹੈ, ਚਾਰੇ ਪਾਸੇ ਪਾਣੀ ਹੈ, ਸਰੋਵਰ ਹੈ, ਇੱਕ ਪੁਲ ਹੈ, ਅੰਦਰ ਮੰਦਰ ਹੈ ਸ਼ਿਵ ਜੀ ਦਾ। ਉਹ ਛੋਟਾ ਹੈ, ਇਹ ਵੱਡਾ ਹੈ। ਇਹ ਇਸ਼ਾਰਾ ਦਿੱਤਾ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ। ਗੁਰੂ ਅੰਗਦ ਸਾਹਿਬ ਨੇ ਜਗ੍ਹਾ ਵਿਖਾਈ ਗੁਰੂ ਅਮਰਦਾਸ ਨੂੰ ਕਿ ਇੱਥੇ ਇਕੱਠੇ ਹੋਏ ਅਤੇ ਸੰਕਲਪ ਕੀਤਾ। ਗੁਰੂ ਨਾਨਕ ਨੇ ਕਿਹਾ ਕਿ ਐਸਾ ਸਥਾਨ ਹੋਵੇ, ਚਾਰੇ ਪਾਸੇ ਪਾਣੀ ਹੋਵੇ, ਪਿੱਛੇ ਹਰਿਮੰਦਰ ਹੋਵੇ, ਇੱਕ ਪੁਲ ਹੋਵੇ, ਉਹਦੀ ਕੀਰਤਨ ਹੋਵੇ। ਉਹ ਜਗ੍ਹਾ ਵਿਖਾਈ ਗੁਰੂ ਅਮਰਦਾਸ ਨੂੰ। ਜਦੋਂ ਅਕਬਰ ਬਾਦਸ਼ਾਹ ਆਇਆ, ਲੰਗਰ ਛਕਿਆ, ਉਸ ਨੇ 84 ਪਿੰਡਾਂ ਦਾ ਪੱਟਾ ਬੇਟਾ ਕੀਤਾ। ਜਦ ਆ ਕੇ ਵੇਖਿਆ ਤਾਂ 84 ਪਿੰਡਾਂ ਦਾ ਸੈਂਟਰ ਸੀ ਅੰਮ੍ਰਿਤਸਰ। तो गुरमदास ने सोचा हूँ टाइम आ गया है, जमीन मिल गई है, तो काम शुरू करिए। तो वह सब नक्शा दसिया गुरु रामदास नूं। टक लगा के ड्यूटी लगाई कि ऐसा स्थान बनाना है। मैं दसिया से गुरु अंगद साहब ने चारे पासे पानी होवे, पिछे हरमंदर होवे, एक रस्ता होवे, उसकी कीर्तन होवे। टक लगा के चले गए, उसनूं कंप्लीट किया गुरु रामदास ने। तो फिर कंप्लीट किया गुरु अर्जन साहब जी ने हरमंदर बनाया। डिठे सबे था नहीं तुझ जया, बंधु पुरख विधाते ता तू सोया। अमृतसर का टक लगाने वाले धन गुरु अमरदास साहब सन। इसी करके किया है गुरु अमरदास साहब बारे भट्टा ने लिखे सवैया कि देखो बदल दियाँ कड़ियाँ गिड़ियाँ जा सकदियाँ हैं, बसंत रुत के फुल गिड़े जा सकते हैं, गंगा दी लहरां गिड़ियाँ जा सकदियाँ हैं, समुंदर के पेड़ का पानी का अंत पाया जा सकता है, सूरज ते चंद दी किरणां गिड़ियाँ जा सकदियाँ हैं, शिव जी की समाधि विष्णु के ज्ञान का अंत पाया जा सकता है। पर उपमा तोय बन आवे उपमा तोय बन आवे, तेरी उपमा तोय बन आवे। भले अमरदास गुण तेरे, भले अमरदास गुण तेरे, भले अमरदास गुण तेरे, भले अमरदास गुण तेरे। उपमा तोहे बन आवे, तेरी उपमा तोहे बन आ, तेरी उपमा तोहे बन आवे, तेरी उपमा तोहे बन आवे। उपमा तोहे बन आवे, तेरी उपमा तोहे बन आवे। भले अमरदास गुण तेरे, भले अमरदास गुण तेरे, भले अमरदास गुण तेरे, भले अमरदास गुण तेरे। उपमा तोहे बन आवे, तेरी उपमा तोहे बन आवे। उपमा तोहे बन आवे, तेरी उपमा तोहे बन आवे। लो साथ सके जियो समा हो गया है, इतनी समाप्ति है। बाकी दे कुछ होर इतिहास दी झाकियां हैं गुरु अमरदास साहब दियाँ, और राती मिलने करके करांगे। जीवते रहे तो रात दर्शन देना, हाजरियाँ भरनियाँ, तो उपमा गुण गावांगे गुरु अमरदास जी दे, तो खुशियाँ लवांगे, बख्शां लवांगे। धन गुरु अमरदास, भले अमरदास गुण तेरे, तेरी उपमा तोय बन आवे। भला चौका माफ। वाहिगुरू जी का खालसा, वाहिगुरू जी की फतेह।